श्री वाहिगुरु साहिब जी। उस्तत करहे अनेक जन, अंत ना पारावार। नानक रचना प्रभ रची, बहुविध अनेक प्रकार। तू सुल्तान कहा हो मियाँ, तेरी कवन वडाई। जो तू देहे सो कहा स्वामी, मैं मूर्ख कहन ना जाई। जो तू देहे सो कहा स्वामी, मैं मूर्ख कहन ना जाई। चित चरण कमल का आसरा, चित चरण कमल संग जोड़िए। मन लोचै बुराइयां, गुर शब्दी एह मन होड़िए। बाहें जिन्ना दी पकड़िए, सिर दीजै बाहें ना छोड़िए। तेग बहादुर बोलिया, धर पईए धर्म ना छोड़िए। तेग बहादुर बोलिया, धर पईए धर्म ना छोड़िए। श्री गुरु तेग बहादुर महाराज जी के पावन शहीदी दिहाड़े नूं मुੱਖ रखदिआं गुरु साहिब जी के प्यार अंदर जुड़ बैठे गुरु प्यारी गुरु सवारी साध संगत जी। गुरबाणी का फरमान है, वड भागी हर संगत पावै, भागहीन भ्रम चोटां का। विण भागा सत संग ना लभै, विण संगत मैल भरीजै जियो। संगत तो बिना मनुख भ्रम विच रहिंदा है, क्योंकि उन्होंने सच अते झूठ का ज्ञान नहीं पता लगता। उन्होंने जिंदगी दे विच ये नहीं मालूम हुंदा सच्चाई की है झूठ की है, जिंदगी विच काम दी चीज़ की है और गलत चीज़ की है। महाराज साहब गुरबाणी विच बड़ी बार बार परमेश्वर दे गुण गाउण दी गल करदे ने। ਜਿਹੜੇ ਮਨੁੱਖ परमेश्वर ਦੇ गुण गाउंदे ने बार बार गाउंदे ਰਹਿੰਦੇ ਨੇ, परमेश्वर ਦੇ गुण गाउਣ ਦੇ ਨਾਲ ਮਨੁੱਖ ਦੇ ਅੰਦਰ ਚੰਗੇ ਗੁਣ ਪ੍ਰਗਟ ਹੋਣੇ ਸ਼ੁਰੂ ਹੁੰਦੇ ਨੇ। ਜਦੋਂ ਤਾਈਂ ਇਸ ਦੇ ਅੰਦਰ ਗੁਣ ਨਹੀਂ, ਉਦੋਂ ਤਾਈਂ परमेश्वर ਨਾਲ ਮਿਲਾਪ नहीं है। और ਜਦੋਂ तक परमेश्वर ਨਾਲ ਮਿਲਾਪ नहीं, उदों ताईं दुख ही दुख है। उदों तक कलेश ही कलेश है, अशांति अशांति है। जिमें जिमें मनुख परमेश्वर के गुण गाउंदा रहिंदा है, गाउंदियां गाउंदियां इहदे मन दे विचों अवगुणां दी मैल निकलनी शुरू हुंदी है। बाणी दा फरमान है, मूत पलीती कपड़ होए, दे साबून लईए ओह तो। इत्थे महाराज कहंदे ने, भरीए हथ पैर तन देह, पानी धोतै उतर सौखे। मूत पलीती कपड़ होए, दे साबून लईए ओह तो। दो उदाहरण ने इस पंक्ति विच।
ਜੇ ਮਨੁੱਖ ਨੂੰ ਕਿਤੇ ਸਰੀਰ ਨੂੰ ਮੈਲ ਲੱਗ ਜਾਏ, ਡਸਟ ਲੱਗ ਜਾਏ, ਘੱਟਾ ਲੱਗ ਜਾਏ, ਉਹਦੇ ਧੋਣ ਦਾ ਇੱਕੋ ਇੱਕ ਉਪਰਾਲਾ ਹੈ, ਉਹ ਪਾਣੀ। ਭਰੀਏ ਹੱਥ ਪੈਰ ਤਨ ਦੇਹ, ਦੇ ਸਾਬੂਨ ਲਈਏ ਉਹ ਧੋਏ। ਸਾਬਣ ਲੈ ਕੇ ਮਨੁੱਖ ਆਪਣੇ ਸਰੀਰ ਤੇ ਮਲਦਾ ਹੈ, ਮੈਲ ਦੂਰ ਹੋ ਜਾਂਦੀ ਹੈ। ਐਵੇਂ ਕੱਪੜੇ ਮੈਲੇ ਹੋ ਜਾਣ, ਕੱਪੜਿਆਂ ਨੂੰ ਧੋਣ ਵਾਸਤੇ ਕਿੱਡੇ ਵੱਡੇ ਵੱਡੇ ਡਿਟਰਜੈਂਟ ਕੰਪਨੀਆਂ ਨੇ। ਵੱਡੇ ਡਿਟਰਜੈਂਟ ਦੇ ਨਾਲ ਮੈਲ ਰਹੇਗੀ ਨਹੀਂ। ਔਰ ਸਾਧ ਸੰਗਤ, ਜਿੱਡਾ ਮਰਜ਼ੀ ਮਹਿੰਗਾ ਕੱਪੜਾ ਹੋਏ, ਪਰ ਜੇ ਮੈਲਾ ਹੋਏ ਨਾ, ਉਹਦੀ ਕੋਈ ਵੈਲਿਊ ਨਹੀਂ ਹੈ। ਭਾਵੇਂ ਮਹਿੰਗੇ ਤੋਂ ਮਹਿੰਗਾ ਕੱਪੜਾ ਹੈ, ਪਰ ਜੇ ਮੈਲਾ ਹੈ, ਉਹਦੀ ਕੋਈ ਵੈਲਿਊ ਨਹੀਂ। ਸਸਤੇ ਤੋਂ ਸਸਤਾ ਕੱਪੜਾ ਹੈ, ਪਰ ਉਜਲਾ ਹੈ, ਉਹਦੀ ਪੂਰੀ ਰਿਸਪੈਕਟ ਹੈ, ਉਹਦੀ ਪੂਰਾ ਆਦਰ ਹੈ, ਪੂਰੀ ਇੱਜ਼ਤ ਹੈ। ਇਸ ਕਰਕੇ ਮਨੁੱਖ ਦੇ ਕੋਲ ਕੱਪੜਾ ਤੇ ਬੜਾ ਮਹਿੰਗਾ ਹੈ। ਇਹ ਮਨੁੱਖਾ ਜਨਮ ਜਿਹੜਾ ਬਹੁਤ ਮਹਿੰਗਾ ਹੈ, ਪਰ ਅਸਲ ਦੇ ਵਿੱਚ ਇਹਦੇ ਤੇ ਹੁਣ ਮੈਲ ਲੱਗੀ ਹੋਈ ਹੈ, ਤਾਂ ਕਰਕੇ ਇਹ ਸੋਹਣਾ ਨਹੀਂ ਲੱਗਦਾ। ਮਹਾਰਾਜ ਇਸ ਕਰਕੇ ਕਹਿੰਦੇ ਨੇ, ਭਰੀਏ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ। ਉਹਨੂੰ ਧੋਣ ਦਾ ਇੱਕੋ ਇੱਕ ਉਪਰਾਲਾ ਹੈ, ਉਹ ਹੈ ਪਰਮੇਸ਼ਰ ਦਾ ਨਾਮ, ਉਹਦੇ ਗੁਣ ਗਾਉਣੇ। ਜਿਵੇਂ ਜਿਵੇਂ ਮਨੁੱਖ ਗੁਣ ਗਾਉਂਦਾ ਹੈ, ਉਹਦੇ ਅੰਦਰੋਂ ਅਰਦਾਸ ਨਿਕਲਦੀ ਹੈ। ਔਰ ਮਨੁੱਖ ਦੇ ਅੰਦਰੋਂ ਅਰਦਾਸ ਉਦੋਂ ਨਿਕਲਦੀ ਹੈ ਜਿੱਦਣ ਆਪਣਾ ਆਪ ਖਾਲੀ ਜਾਪਦਾ ਹੈ। ਜਦੋਂ ਤਾਈਂ ਮਨੁੱਖ ਆਪਣੇ ਆਪ ਨੂੰ ਵੱਡਾ ਸਮਝਦਾ ਹੈ, ਮਨੁੱਖ ਦੇ ਅੰਦਰ ਇਹ ਲੱਗਦਾ ਹੈ ਮੈਂ ਕੁਛ ਹਾਂ, ਮੇਰੀ ਕੋਈ ਹੋਂਦ ਹੈ, ਹਸਤੀ ਹੈ, ਉਦੋਂ ਤਾਈਂ ਮਨੁੱਖ ਦੇ ਅੰਦਰੋਂ ਵਿਕਾਰਾਂ ਦੀ ਮੈਲ ਨਿਕਲਦੀ ਨਹੀਂ, ਔਰ ਮਨੁੱਖ ਉਪਰਾਲਾ ਵੀ ਨਹੀਂ ਕਰਦਾ। ਉਹ ਮਨੁੱਖ ਨਾਮ ਜਪਣ ਦਾ ਉਪਰਾਲਾ ਕਰਨਗੇ ਜਿਨ੍ਹਾਂ ਨੂੰ ਇਹ ਲੱਗ ਜਾਂਦਾ ਹੈ ਸਾਡੇ ਅੰਦਰ ਮੈਲ ਭਰੀ ਹੈ, ਔਰ ਇਹ ਮੈਲ ਨੂੰ ਦੂਰ ਕਰਨਾ ਹੈ। ਜਿਸ ਨੂੰ ਹਜੇ ਤਾਈਂ ਆਪਣੇ ਅੰਦਰ ਦੀ ਮੈਲ ਵਿਖੀ ਨਹੀਂ, ਆਪਣੇ ਔਗਣ ਵਿਖੇ ਨਹੀਂ, ਉਹ ਗੁਣ ਨਹੀਂ ਗਾਏਗਾ। ਕਿੰਨੀ ਠੰਡ ਹੈ, ਬਹੁਤ ਪ੍ਰਾਣੀ ਚੱਲ ਕੇ ਆਉਂਦੇ ਨੇ। ਭਾਗਾਂ ਵਾਲੇ ਨੇ, ਗੁਰੂ ਸਾਹਿਬ ਨੇ ਕੋਈ ਐਸੇ ਕਰਮ ਪੁਰਾਣੇ ਬਖਸ਼ੇ ਨੇ ਜਿਨ੍ਹਾਂ ਕਰਕੇ ਆ ਗਏ ਹਾਂ। ਪਰ ਕਿਤੇ ਹੌਲੀ ਹੌਲੀ ਪ੍ਰੇਮ ਦੇ ਵਿੱਚ ਮਨੁੱਖ ਉੱਠੇ, ਆਪਣੇ ਔਗਣਾਂ ਨੂੰ ਦੂਰ ਕਰਨ ਲਈ ਉੱਠੇ। ਔਰ ਇਹਨੂੰ ਇਹ ਵੀ ਸਮਝ ਆ ਜਾਣਾ ਚਾਹੀਦਾ ਹੈ, ਮੇਰੀ ਹਜੇ ਤਾਈਂ ਪ੍ਰਮਾਤਮਾ ਤਾਈਂ ਬੇਨਤੀ ਸੁਣੀ ਨਹੀਂ ਜਾ ਰਹੀ, ਇਹਦੇ ਵਿੱਚ ਰੋੜਾ ਮੇਰੇ ਔਗਣ ਨੇ, ਮੇਰੇ ਪਾਪ ਨੇ। ਪਰਮਾਤਮਾ ਹਜੇ ਤਾਈਂ ਚੰਗਾ ਨਹੀਂ ਸਮਝ ਰਿਹਾ, ਉਹਦਾ ਕਾਰਨ ਪਾਪ ਨੇ, ਉਹਦਾ ਕਾਰਨ ਮਾੜੇ ਕਰਮ ਨੇ। ਇਸ ਕਰਕੇ ਸਾਧ ਸੰਗਤ, ਜਿਵੇਂ ਹੀ ਮਨੁੱਖ ਗੁਰੂ ਦੇ ਕੋਲੋਂ ਸ਼ਬਦ ਲੈਂਦਾ ਹੈ, ਉਹਨੂੰ ਜਪਣਾ ਚਾਹੀਦਾ ਹੈ। ਜਿਹੜੇ ਸ਼ਬਦ ਜਪਦੇ ਨੇ ਉਹਨਾਂ ਦੇ ਅੰਦਰ ਦਇਆ ਹੁੰਦੀ ਹੈ, ਉਹਨਾਂ ਅੰਦਰ ਸੰਤੋਖ ਹੁੰਦਾ ਹੈ, ਉਹਨਾਂ ਦੇ ਅੰਦਰ ਸੱਚ ਹੁੰਦਾ ਹੈ। ਗੁਰੂ ਤੇਗ ਬਹਾਦਰ ਜੀ ਮਹਾਰਾਜ ਆਪਣੇ ਜਦੋਂ ਬਚਪਨ ਦੇ ਜੀਵਨ ਵਿੱਚ ਸਨ, ਗੁਰੂ ਸਾਹਿਬ ਜੀ ਦੇ ਦਰਬਾਰੇ ਤੇ ਕੋਈ ਪ੍ਰੋਗਰਾਮ ਸੀ। ਇੱਕ ਬ੍ਰਾਹਮਣ ਜਿਹਦੇ ਕੋਲ ਕੱਪੜੇ ਨਹੀਂ ਸਨ, ਭੁੱਖਾ ਸੀ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਨਵੇਂ ਕੱਪੜੇ ਪਾਏ ਹੋਏ, ਛੋਟੀ ਉਮਰ, ਆਪਣੇ ਨਵੇਂ ਕੱਪੜੇ ਉਤਾਰ ਕੇ ਉਹ ਬ੍ਰਾਹਮਣ ਨੂੰ ਦੇ ਦਿੱਤੇ ਠੰਡ ਦੇ ਸਮੇਂ 'ਚ। ਕਾਰਨ ਕੀ? ਅੰਦਰ ਦਇਆ ਹੈ। ਜਿਨ੍ਹਾਂ ਅੰਦਰ ਪਰਮੇਸ਼ਰ ਦਾ ਰਸ ਹੁੰਦਾ ਹੈ, ਉਹਨਾਂ ਦੀ ਪਛਾਣ ਹੀ ਇਹ ਹੈ, ਉਹਨਾਂ ਅੰਦਰ ਨਿਰਮਾਣਤਾ ਹੁੰਦੀ ਹੈ, ਨਿਮਰਤਾ ਹੁੰਦੀ ਹੈ, ਦਇਆ ਹੁੰਦੀ ਹੈ। ਜਿਹੜੇ ਦਰਖਤ ਫਲ ਦਿੰਦੇ ਨੇ ਉਹ ਝੁਕੇ ਹੋਏ ਹਮੇਸ਼ਾ ਹੀ ਹੁੰਦੇ ਨੇ। ਜਿਨ੍ਹਾਂ ਦਰਖਤਾਂ ਦੇ ਫਲ ਨਹੀਂ ਲੱਗਦੇ ਉਹ ਝੁਕੇ ਹੋਏ ਨਹੀਂ ਹੁੰਦੇ। ਸਾਧ ਸੰਗਤ, ਸਿਰਫ ਤੇ ਸਿਰਫ ਗੱਲ ਮਨੁੱਖ ਨੂੰ ਪਰਮੇਸ਼ਰ ਦੇ ਗੁਣ ਗਾਉਣ ਦੀ ਹੈ, ਬਾਕੀ ਬਾਂਹ ਪਰਮੇਸ਼ਰ ਆਪ ਹੀ ਫੜ ਲੈਂਦਾ ਹੈ। ਮਹਾਰਾਜ ਗੁਰੂ ਤੇਗ ਬਹਾਦਰ ਜੀ
मैं आप जी ਨੂੰ ਉਹਨਾਂ ਦੀ ਗੱਲ ਦੱਸਾਂ। ਇਹ ਜਿਹੜੇ ਹਰਿਆਣੇ ਦੇ ਵਿੱਚ 2 ਪਿੰਡਾਂ ਦਾ ਜ਼ਿਕਰ ਅਸੀਂ ਸੁਣਿਆ। ਇੱਕ ਇੰਦਰੀ ਤੋਂ ਅੱਗੇ ਸ਼ਹਿਰ ਹੈ ਲਾੜਵਾ। ਗੁਰੂ ਤੇਗ ਬਹਾਦਰ ਮਹਾਰਾਜ ਉੱਥੇ ਗਏ। ਮਹਾਰਾਜ ਜੀ ਨੂੰ ਇੱਕ ਮਨੁੱਖ ਮਿਲਦਾ, ਬੜਾ ਗਰੀਬ ਹੈ। ਮਹਾਰਾਜ ਅੱਗੇ ਬਾਰ-ਬਾਰ ਬੇਨਤੀਆਂ ਕਰਦਾ, ਸਾਹਿਬ ਜੀ ਤੁਸੀਂ ਤੇ ਦੀਨ ਦਿਆਲ ਹੋ, ਜਿਹੜੇ ਤੁਹਾਡੇ ਅੱਗੇ ਬੇਨਤੀਆਂ ਕਰਦੇ ਨੇ, ਨਿਮਰਤਾ ਵਿੱਚ ਰਹਿੰਦੇ ਨੇ, ਉਹਨਾਂ ਦੀ ਪ੍ਰਾਰਥਨਾ, ਉਹਨਾਂ ਦੀ ਅਰਦਾਸ ਤੁਹਾਡੇ ਦਰ 'ਤੇ ਸਵੀਕਾਰ ਹੁੰਦੀ ਹੈ। ਮੈਂ ਵੀ ਗਰੀਬ ਹਾਂ, ਮੇਰੀ ਵੀ ਅਰਦਾਸ ਆਪਣੇ ਦਰ 'ਤੇ ਸਵੀਕਾਰ ਕਰੋ, ਮੈਨੂੰ ਅਮੀਰ ਕਰੋ। ਗੁਰੂ ਮਹਾਰਾਜ ਜੀ ਕੋਲ ਇੱਕ ਸੋਨੇ ਦੀ ਮੋਹਰਾਂ ਦੀ ਥੈਲੀ ਸੀ। ਸਾਹਿਬ ਜੀ ਨੇ ਉਹ ਬਦਰਾ, ਜਿਹਨੂੰ ਕਹਿੰਦੇ ਨੇ ਫਾਰਸੀ ਵਿੱਚ ਬਦਰ, ਉਹ ਬਦਰ ਗੁਰੂ ਜੀ ਨੇ ਉਹਨੂੰ ਦੇ ਦਿੱਤੀ। ਉਹ ਪਿੰਡ ਦਾ ਨਾਮ ਅੱਜ ਵੀ ਬਦਰਪੁਰ ਹੈ। ਆਪਾਂ ਜਦੋਂ ਯਮੁਨਾ ਨਗਰ ਤੋਂ ਲਾੜਵੇ ਤੋਂ ਬਾਹਰ ਨਿਕਲਦੇ ਹਾਂ, ਉੱਥੇ ਉਹ ਗੁਰਦੁਆਰਾ ਸਾਹਿਬ ਹੈ। ਜਦੋਂ ਉਹ ਗੁਰਦੁਆਰਾ ਸਾਹਿਬ ਜੀ ਦੀ ਪਿੱਛੇ ਖੋਜ ਹੋਈ, ਦਾਸ ਵੀ ਉੱਥੇ ਗਿਆ। ਉੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਮੰਜੀ ਵੀ ਨਿਕਲੀ, ਜਿੱਥੇ ਮਹਾਰਾਜ ਬੈਠੇ ਸਨ। ਭੋਰਾ ਸਾਹਿਬ ਅੱਜ ਉੱਥੇ ਸੁਸ਼ੋਭਿਤ ਹੈ। ਇੱਥੋਂ ਮਹਾਰਾਜ ਤੁਰੇ ਕੜ ਮਾਣਕਪੁਰ, ਜਗਾਦਰੀ, ਇੱਥੋਂ ਫਿਰ ਬਾਅਦ ਸਹਾਰਨਪੁਰ, ਕਾਨਪੁਰ, ਇਟਾਵਾ, ਇੱਧਰ ਨੂੰ ਮਹਾਰਾਜ ਨਿਕਲ ਗਏ। ਰੋਹ ਵਿਚਾਰ ਜਿਹੜੀ ਅਸੀਂ ਗੱਲ ਕਰ ਰਹੇ ਹਾਂ, ਮਨੁੱਖ ਅਗਰ ਪਰਮੇਸ਼ਰ ਦੇ ਗੁਣ ਗਾਉਂਦਾ ਹੈ, ਬਾਰ-ਬਾਰ ਉਹਦੇ ਅੱਗੇ ਬੇਨਤੀਆਂ ਕਰਦਾ ਹੈ, ਇੱਕ ਦਿਨ ਪਰਮੇਸ਼ਰ ਬਾਂਹ ਫੜ ਲੈਂਦਾ ਹੈ। ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ ਇੱਕ ਵਿਅਕਤੀ ਹੋਇਆ, ਉਹਦਾ ਨਾਮ ਹੈ ਪ੍ਰੇਮਾ ਕੋਹੜੀ। ਪ੍ਰੇਮੇ ਕੋਹੜੀ ਦੇ ਕੋਹੜ ਲੱਗਿਆ ਹੋਇਆ ਹੈ। ਸਾਰੇ ਰਿਸ਼ਤੇਦਾਰ ਲੋਕ ਬਾਂਹ ਛੱਡ ਗਏ ਨੇ। ਨਾਲ ਦੀ ਨਾਲ ਉਹਦੇ ਕੋਲ ਵੀ ਕੋਈ ਨਹੀਂ ਲੱਗਦਾ, ਕਿਉਂ? ਬਦਬੂ ਮਾਰਦੀ ਹੈ। ਬਾਕੀ ਸਾਧ ਸੰਗਤ, ਜਦੋਂ ਸਰੀਰਿਕ ਰੂਪ ਦੇ ਵਿੱਚ ਮਨੁੱਖ ਚੋਖਾ ਹੀ ਬਿਮਾਰ ਹੋ ਜਾਂਦਾ ਹੈ, ਕੋਈ ਕਿਸਮਤ ਵਾਲਾ ਹੀ ਹੈ ਜਿਹਦੀ ਸੇਵਾ ਹੁੰਦੀ ਹੈ। ਨਹੀਂ ਤੇ ਵੈਸੇ ਬਾਣੀ ਕਹਿੰਦੀ ਹੈ, ਜਦੋਂ ਕੋਈ ਭਿਆਨਕ ਰੋਗ ਲੱਗ ਜਾਏ, ਸਾਰੇ ਲੋਕ ਪਿੱਛੇ ਹਟ ਜਾਂਦੇ ਨੇ, ਭਾਵੇਂ ਪਰਿਵਾਰ ਦੇ ਹੋਣ, ਭਾਵੇਂ ਬਾਹਰ ਦੇ ਹੋਣ। ਜਾ ਕੋ ਮੁਸ਼ਕਲ ਅੱਤ ਬਣੈ, ਢੋਈ ਕੋਏ ਨਾ ਦੇ। ਅੱਤ ਦੀ ਮੁਸ਼ਕਲ ਬਣੇ, ਥੋੜੀ ਮੁਸ਼ਕਲ ਤੇ ਸਾਰੇ ਦਿੰਦੇ, ਅੱਤ ਦੀ ਮੁਸ਼ਕਲ 'ਚ ਕੋਈ ਨਹੀਂ ਦਿੰਦਾ। ਉਹ ਪ੍ਰੇਮਾ, ਕਿਸੇ ਨੇ ਉਹਨੂੰ ਦੱਸ ਦਿੱਤਾ, ਗੁਰੂ ਅਮਰਦਾਸ ਜੀ ਦਾ ਅਗਰ ਤੂੰ ਨਾਂ ਲਏਂਗਾ, ਅਗਰ ਤੂੰ, ਉਹ ਕਹਿੰਦੇ ਨੇ ਪਰਮੇਸ਼ਰ ਦਾ ਨਾਂ ਲੈ, ਉਹਨਾਂ ਨੂੰ ਤੂੰ ਯਾਦ ਕਰੇਂਗਾ, ਗੁਰੂ ਜੀ ਤੇਰਾ ਕੋਹੜ ਦੂਰ ਕਰ ਦੇਣਗੇ। ਉਹ ਪ੍ਰੇਮੇ ਨੂੰ ਕਹਿੰਦੇ ਨੇ, ਅੰਨੇ ਨੂੰ ਕੀ ਚਾਹੀਦੀਆਂ ਨੇ 2 ਅੱਖਾਂ। ਉਹਨੂੰ ਪਤਾ ਲੱਗਿਆ, ਉਹਨੇ ਇਹ ਨਹੀਂ ਪਹਿਲਾਂ ਤਰਕ ਕਰੇ, ਮੈਂ ਇਹ ਵੇਖਾਂਗਾ, ਨਹੀਂ, ਕਿਸੇ ਨੇ ਦੱਸਿਆ, ਜਪਣਾ ਸ਼ੁਰੂ ਕਰ ਦਿੱਤਾ। ਤੁਰਿਆ ਨਹੀਂ ਸੀ ਜਾਂਦਾ, ਜਪਦਾ ਹੈ ਨਾਮ ਬੜਾ ਜ਼ਿਆਦਾ। ਹੌਲੀ ਹੌਲੀ ਮਨ ਨਿਰਮਲ ਹੋਣਾ ਸ਼ੁਰੂ ਹੋ ਗਿਆ, ਗੁਣ ਗਾਉਂਦਾ ਰਿਹਾ। ਬਾਣੀ ਕਹਿੰਦੀ, ਗੁਣ ਕਹਿ ਗੁਣੀ ਸਮਾਵਣਿਆ। ਜਿਉਂ-ਜਿਉਂ ਮਨੁੱਖ ਪਰਮੇਸ਼ਰ ਦੇ ਗੁਣ ਗਾਉਂਦਾ ਹੈ, ਉਹਦਾ ਮਨ ਨਿਰਮਲ ਹੀ ਹੁੰਦਾ ਚਲਾ ਜਾਂਦਾ ਹੈ। ਪ੍ਰੇਮਾ ਬਾਰ-ਬਾਰ ਗੁਣ ਗਾਉਂਦਾ ਰਿਹਾ। ਅਸਲ ਦੇ ਵਿੱਚ ਉਹਦੇ ਅੰਦਰ ਹਿਰਦਾ ਸਾਫ਼ ਹੋਇਆ, ਨਿਰਮਲ ਹੋਇਆ, ਤੇ ਕਹਿਣਾ ਸ਼ੁਰੂ ਕਰਦਾ ਹੈ, ਗਿਆ ਹੋਇਆ ਸਰੀਰ ਲੱਭ ਗਿਆ ਹੈ, ਗਿਆ ਹੋਇਆ ਸਰੀਰ ਲੱਭ ਗਿਆ ਹੈ। ਔਰ ਬੜੀ ਬੜੀ ਉੱਚੀ ਉੱਚੀ ਆਵਾਜ਼ 'ਚ ਵੀ ਗਾਉਂਦਾ ਹੈ। ਗਾਉਂਦਾ ਪਤਾ ਨਹੀਂ ਕੀ ਹੈ, ਕੋਈ ਗੁਰੂ ਦੀ ਬਾਣੀ ਨਹੀਂ ਗਾ ਰਿਹਾ, ਪਰ ਪ੍ਰੇਮ ਵਿੱਚ ਗਾਉਂਦਾ ਹੈ। ਸਾਧ ਸੰਗਤ, ਇਹ ਜ਼ਰੂਰੀ ਨਹੀਂ ਮਨੁੱਖ ਗਾ ਕੀ ਰਿਹਾ ਹੈ, ਜ਼ਰੂਰੀ ਇਹ ਹੈ ਪ੍ਰੇਮ ਨਾਲ ਗਾ ਰਿਹਾ ਹੈ ਕਿ ਨਹੀਂ ਗਾ ਰਿਹਾ। ਜ਼ਰੂਰਤ ਇਹ ਨਹੀਂ ਹੈ ਗਾ ਕੀ ਰਿਹਾ ਹੈ, ਕਿ ਪਰਮੇਸ਼ਰ ਦੀ ਯਾਦ ਵਿੱਚ ਉਹ ਗਾ ਰਿਹਾ ਹੈ, ਕਿ ਉਹਦੇ ਦਿਲ ਦੇ ਵਿੱਚ ਪਰਮੇਸ਼ਰ ਲਈ ਤੜਫ ਹੈ। ਜੋ ਕੁਝ ਉਹ ਗਾ ਰਿਹਾ ਹੈ, ਕਿ ਉਹਦਾ ਮਨ ਉਹਨੂੰ ਸਵੀਕਾਰ ਕਰਦਾ ਹੈ। ਮੈਂ ਪਿੱਛੇ ਹੁਣ ਇਹ ਸ਼ਬਦ ਪੜ੍ਹੀ ਦੇ ਨੇ ਕਈ ਵਾਰੀ ਧਾਰਨਾ ਵਿੱਚ, ਜਿਵੇਂ ਮਹਾਰਾਜ ਜੀ ਕਹਿੰਦੇ ਨੇ, ਆਪਾਂ ਪੜ੍ਹ ਰਹੇ ਸੀ, ਐਵੇਂ ਤੇ ਨਹੀਂ ਵਾਰੇ ਪੁੱਤ 4 ਡੱਲਿਆ। ਮੈਂ ਇਵੇਂ ਤੇ ਨਹੀਂ ਵਾਰ ਦਿੱਤੇ, ਭਾਵ ਇਹ ਸ਼ਬਦ ਨੂੰ ਕੋਈ ਉਨੇ ਪ੍ਰੇਮ ਨਾਲ ਗਾਉਂਦਾ ਹੈ।
कल आ गुरुद्वारा साहिब के बैग च मंदिर है, उत्थे बीबियां शब्द पढ़दियां ने मीरा बाई दे। वो कल पढ़ रही सन परसों, लाज कुल की मैं सगल त्यागी। मैं समझ रहा सी भी जे जो इनू पढ़ रहा है वो हजे पढ़ ही रहा, त्यागी नहीं है। जिदन इन्हें त्याग दी इनू मीरा बाई जिमें जंगल च ही रहना पएगा, घर च नहीं रहेगी। ये सिर्फ उतों उतों गाउना सौखा है, इन्हां गल्लां ते तुरना ये महानता उहदे अंदर आउंदी है। प्रेमा गाउंदा है गुरु दे शब्द, पर साध संगत गा ते रहा, गा पता नहीं की रहा है, पर उहदे दिल दी जिहड़ी हूक है वो सारियां नूं छूंदी है। हौली हौली तुरिया नहीं सी जांदा, पैर घसीटदा घसीटदा अपने गोडे घसीटदा गोविंदवाल साहिब पहुंचिया महाराज जी दे कोल। बाहर जाके बैठ गया, फिर गाउंदा उच्ची उच्ची। जिहड़े नेड़े दे लोग ने ਉਹਦਾ मजाक उड़ाउंदे ने, कहंदे पता नहीं की गाउंदा रहिंदा है। ते ਉਹਦੇ ਕੋਲ ਆਉਂਦੇ ਨੇ, ਉਹਨੂੰ ਕਹਿੰਦੇ ਹੋਰ ਗਾ। ਉਹ ਤੋਂ बड़ा मजाक करवा के उच्ची उच्ची गवाउंदे ने। ਉਹ प्रेम विच भिजिया फिर गाउंदा है, उच्ची उच्ची गाउंदा है। गाउंदा रहा, गाउंदिया गाउंदिया 2 3 4 5 महीने लंघ गए। बाहर ही बैठा है, कोई ਉਹਨੂੰ रोटी दे दिंदा, खा लैंदा, पानी दिंदा, पी लैंदा। एक दिन जाके गुरु अमरदास जी महाराज जी दे कोल किसी ने कहा, महाराज बाहर एक कोहड़ी बैठा है, समा बड़ा हो गया साहब जी, पता नहीं की गाउंदा रहिंदा है, पर गाउंदा कुछ है। गुरु अमरदास जी कहन लगे, मैनू पता है वो की गाउंदा है। मैं उहदियां गीतां नूं जानदा, उहदे दिल दी आवाज़ नूं जानदा। जिहड़े गीत वो गा रहा है उहदी हूक मेरे ताईं पहुँच रही है। महाराज जी कहते जाओ उसनूं नवा के लैके आओ। गए, नवा के नवे कपड़े पवा के लैके आए महाराज के दरबार। सच्चे पातशाह कह लगे, प्रेमिया तेरा प्रेम तेरी सेवा पूरी हो गई है। सच्चे पातशाह ने उसदी अखां विच अखां पाईयां, सारा रोग दूर करके कोहड़ी दा कोहड़ी दूर कर दिता। साध संगत ये कोई अत कथन ही नहीं, गुरु चाहे निमख दे विच दूर कर सकता है। निमख विच मनुख वकारी भी निमखां विच ही हुंदा है, पर याद रखना निरंकारी भी निमखां विच ही हुंदा है। परमात्मा दे नाल भी निमख मात्र दे नाल महाराज ने, जे कोई मनुख निर्वाण कीर्तन गाव हो करते का, निमख सिमरत जित छूटै। निमख मात्र दे विच गुरु पार उतारा कर दिंदा है। मैं कई बारी सोचदा अज दी गल, पखाने तो भाई रणजीत सिंह ने, वो रात नूं संथ्या च भी साडे नाल आउंदे ने। वो कहिंदे मेरियां लत्तां जांदियां रहियां, चल नहीं सी मैं सकदा। हरमंदर साहब गया, छोट दे विच मैं दसदा, उत्थे एक कहंदे मैनूं अंदर जाके बहा दिता, चल ते मैं नहीं सी सकदा कि बाबा जी आए। वो कहंदे चल पाठ कर। कहंदे मैं जपजी साहिब दा पाठ किया। कहंदे पाठ बड़ा वधिया करदा है। कहंदे चल अरदास भी कर। ते मैं आख्या मैं खड़ा नहीं हो सकता, अरदास नहीं कर सकता। दूजे नूं कहंदा चलो बैठे कर लो, कर लई। कहंदे जाओ इन्हूं दुख भंजनी दे थल्ले इशनान कराओ। दुख भंजनी बेरी दे थल्ले लै गए। भाई रणजीत सिंह जी दस रहे सी, मेरे लड़के ने होर जिहड़े नाल दे सी, पानी दे विच जिहड़ा सरोवर दे जल दे विच मैनूं बहाया। कहंदे जदों मैं बैठा उदों लत्तां नहीं सन, जदों खड़ा होया उदों लत्तां सन। कहंदा मेरे अंदरों मैनूं इवें लग्या, जदों मैं सरोवर दा जल मूँह दे विच पाया, मेरे अंदरों एक पीड़ निकली, मेरियां लत्तां दे विचों निकली, मेरियां लत्तां दा वजन टिकिया सरोवर दी पौड़ दे उत्ते। फिर मैं 2-3 वारी फिर पीता जल, करदियां करदियां मैं खड़ा हो गया। साध संगत एक निमख दे विच ही अज भी वो दुख भंजनी दे बेरी दे थल्ले इशनान करदियां गुरु दी रहमत अज भी वापर जाती है। महाराज ने उहदियां अखां दे विच वेख्या, उहदा कोढ़ दूर किया। उहनूं कहा भाई अज तूं सतनाम जपिया कर,
सच्चे पातशाह महाराज जी ने संगत विच कहा, जे किसी दी कोई लड़की है तो इहदे नाल विआह कर दिओ। उत्थे एक सिंह है भाई शीहा उपल, कहंदा महाराज मेरी लड़की है। हुण ओहदी ना कोई कुल है, ना जात है, ना प्रेमे दा कोड़ी सी, ना कोई पिछे घर बार ही है। ਉਹਦੇ ਨਾਲ अपनी लड़की का विआह करना गुरु दे आखे बड़ी वड्डी गल सी। खड़ा हो गया, महाराज मेरी नहीं लड़की तुहाडी है। घर गया, ਉਹਦੀ घर दी थोड़ी लड़ाकी सी, घर दी नूं कुछ ना दस्या, घर दी नूं कहा तैनूं गुरु साहब ने कहा लंगर विच जा। वो लंगर विच चली गई, अपनी लड़की नूं लिया के विआह करा दिता। आके जदों विआह कराया, ਉਹਦੀ घर दी नूं लंगर विच पता लग्या, आके गुरु साहब के सामने लड़दी है, रोंदी है, महाराज ये की अनर्थ कीता है। मेरी लड़की का विआह एक अनाथ नाल, एक ऐसे नाल जिहदे कोई कुल नहीं, कोई जात नहीं, महाराज जिहदा माँ नहीं, जिहदा बाप नहीं। महाराज कहंदे इहदा बाप मैं हाँ, ये मेरा लड़का है, इहदे नाल असां विआह कीता है। कहंदे इहदा नाम अज तो प्रेमा नहीं मुरारी है, तुहाडी गुड्डी का नाम मत्थो है, तो इन्हां दा नाम भी अज तो बाद जिहड़ा जपिया करेगा ਉਹਦੇ भी पाप दूर हो जाया करनगे। दोवां दा नाम रखिया मत्थो मुरारी। साध संगत इहदे विचों रहस लैण वाली जिहड़ी चीज़ है, गल ये है जदों मनुख प्रभु दे गुण गाउंदा है, और गुण उदों गा सकदा है जदों इहनूं ये पता लगे मैं औगणहारा। जदों ते मनुख अपने आप नूं औगणहारा नहीं समझेगा, वो गुण गाउण दा यतन ही नहीं करेगा। गाएगा भी क्यों? दिन रात दे साध संगत वही गा सकदा है जिन्हों पता लग जाए मेरे परिवार दे अंदर मुश्किलों का कारण मेरे अवगुण ने, मेरे पाप ने, मेरे कीते हुए माड़े कर्म ने। गुरु साहब जी महाराज किरपा करन, आप जी ते मेहर भरिया हथ रखन, परमेश्वर दे गुण गाउण दा चाह पैदा होए। मंगना मंग नीका हर जस गुर ते मंगना। जे परमात्मा तो गुरु तो कोई मंगण वाली चीज़ है, वो हरि दा जस है। कदे भी गुरु अगे बेनती करिए, साहब जी हरि दा जस मैनू बख्श, मैं तेरा नाम जप सकां। क्योंकि साध संगत हाथी दे पैड़ दे विच सारियां ही पैड़ा आ जांदियां ने, रब दे नाम दे विच सब कुछ ही आ जांदा है। सिर्फ मनुख नाम जपे, गुरु की बाणी पढ़े, गुरु दे नाल प्रेम करे, गुरु का सुचज्जा सिख बने, गुरु दे दशे आशे दे उत्ते चले। इन्नियां बेनतियां प्रवान नाल दी नाल मैं एक होर जिहड़ी गुरु तेग बहादुर साहब जी की बेनती है, ਉਹਦੇ ਨਾਲ ही लाड़वे दे कोल ही एक परा पिंड है मुनीअरपुर। उत्थे बाबा चरण सिंह जी ने गुरुद्वारा बनाया सी पहला पुराना, हुण भी है बड़ा वड्डा। एक बार की गल है, मेरे हड्ड बीती गल, मैं बाबा जी के नाल सेवा लई ड्राइवरी ते सी 2 महीने बाबा चरण सिंह नाल। सवेरे असीं कुरुक्षेत्र डेरे तो निकला, मुनीअरपुर जाके उत्थे बाबा पैलियां दा मौसम सी, उत्थे जाके बाबा जी ने लम्मे पै जाना। एक बारी उत्थे एक परिवार आया, वो कहंदा साडा एक मरीज हस्पताल विच पिया है, ते उस नूं 3 दिन हो गए ने, वो सुत्ता ही नहीं। ते कहंदे सुत्ता क्यों नहीं? कहंदे एक बाबा आउंदा है चिट्टे कपड़े वाला, उन्होंने कहंदा चल मुनीअरपुर, चल उत्थे चल। कहंदे क्यों? बाबा जी बोलते भी इहदा की कारण है? कहंदे कारण यह है इन्हें कोई सुखना, वो कहंदा तू सुखना सुखी वो पूरी नहीं की, 10 साल हो गए ने। कहंदे हुण उहनूं निंदर ही आउणी बंद हो गई। महाराज गुरु तेग बहादुर ते सुखना सुख गया होएगा। कहंदे हुण निंदर आउणी बंद हो गई, वो उत्थे लै के आए। वो कहंदे ने फिर बाबा जी वैसे मजाक च कहन लगे भी किन्नी मोख है पाठ की? कहंदे 5000 ते 10 साल हो गए ने तुहानूं रुके नूं, ते फिर ते हुण 50,000 लगेगी। वो आंदे भावें लाख रुपया लै लो पर इनू नींदर लियाओ। डॉक्टर सारे टीके ला लए ने, नींदर इनू नहीं आ रही। साध संगत उत्थे गुरु साहब दे 3 गुरुद्वारे ने, इंद्री इलाके दे विच लाड़वे ते इंद्री दे विच मुनीअरपुर, सलेमपुर ते डुड्डी साहब। उन्हां 3 गुरुद्वारियां च गुरु तेग बहादुर महाराज जी गए ने। उस तो बाद बणी बदरपुर गए ने, उस तो बाद सुडैल गए ने, कड़ माणकपुर गए ने,
ਉਸ ਤੋਂ ਬਾਅਦ ਯਮਨਾ ਪਾਰ ਹੋ ਕੇ, ਆਪ ਨੂੰ ਪਤਾ ਹੈ ਯਮਨਾ ਨਗਰ ਤੋਂ ਕਿ ਯਮਨਾ ਹੈ, ਯਮਨਾ ਪਾਰ ਹੋ ਕੇ ਮਹਾਰਾਜ ਸਹਾਰਨਪੁਰ ਗਏ। ਸੋ ਇਹ ਗੁਰੂ ਤੇਗ ਬਹਾਦਰ ਮਹਾਰਾਜ ਦੀ ਵਡਿਆਈਆਂ ਨੇ। ਆਪਾਂ ਵੀ ਬੜੇ ਦੀਨ ਹੋ ਕੇ ਉਹਨਾਂ ਦੇ ਸਾਹਮਣੇ ਕਿਸੇ ਵੀ ਚੀਜ਼ ਦੀ ਮੰਗ ਕਰ ਸਕਦੇ ਹਾਂ। ਇੰਨੀਆਂ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।